सतनाम श्री वाहिगुरु साहिब जीओ। हर किया कथा कहानियाँ गुरमीत सुनाइया। भलेहारी गुर अपने गुर को बल जाइया। राम कथा जुग जुग टल सब कोई भाखत नेता। स्वर्गवास रघुवर करा सगदी पुरी समेत जोए कथा सुनिया गावै। दुख पाप ते निकट न आवै जो एह कथा सुनिया गावै। दुख पाप ते निकट न आवै। जुगो जुग अटल चवर छत्र तखत दे मालक दसां पातशाहियां जी दी जोत हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी गुरु की साजी साज के नवाजी गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन विरतियां एकाग्र करके जुड़ करके बैठने की कृपालता करिए। समय और ਸਵਾਸਾਂ ਨੂੰ ਸਫਲਾ ਕਰੀਏ। ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕਰੀਏ। ਆਪ ਸੰਗਤ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕੀਤੀ ਹੈ। ਵਿਚਾਰ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਕਰਦੇ ਨੇ। ਇੱਧਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੈ, ਸ਼ਸ਼ੋਭਤ ਹੈ, ਜਿੱਥੇ ਸਤਿਗੁਰੂ ਜੀ ਸਿੱਖਾਂ ਦੇ ਉੱਤੇ ਆਪਣੇ ਪਿਆਰਿਆਂ ਤੇ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਵਰਤਾ ਰਹੇ ਨੇ। ਉਹ ਸਤਿਗੁਰੂ ਜੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੈ, ਸ਼ਸ਼ੋਭਤ ਹੈ। ਆਪਾਂ ਜੋ ਕੱਲ ਦੀ ਵਿਚਾਰ ਦੇ ਵਿੱਚ ਸਰਵਣ ਕੀਤਾ ਸੀ ਕਿ ਜੋ ਰਾਜਾ ਭੀਮ ਚੰਦ ਸੈਨ ਕਹਿਲੂਰ ਦਾ ਰਾਜਾ ਉਹ ਸਤਿਗੁਰ ਦੇ ਦਰਬਾਰ ਵਿਖੇ ਬੜਾ ਸ਼ਰਧਾਲੂ ਬੜਾ ਪ੍ਰੇਮੀ ਬਣ ਕੇ ਆਇਆ। ਪਹਾੜੀ ਰਾਜੇ ਹੋਣ ਦੇ ਨਾਂ ਤੇ ਉਹ ਰਾਜੇ ਦੇ ਮਨ ਦੇ ਵਿੱਚ ਜਕਦਮ ਅਕਾਲ ਪੁਰਖ ਪਰਮਾਤਮਾ ਵੱਲੋਂ ਜੋ ਵਿਚਾਰ ਉਤਪੰਨ ਹੋਈ ਹੈ ਕਿ ਸਤਿਗੁਰੂ ਜੀ ਦੇ ਨਾਲ ਈਰਖਾ ਰੱਖਣ ਲੱਗਿਆ। ਸਤਿਗੁਰੂ ਦੇ ਦਰਬਾਰ ਵਿਖੇ ਬਹੁਤ ਮਹਿੰਗੀਆਂ ਵੱਡੀਆਂ ਬੇਸ਼ੁਮਾਰ ਕੀਮਤੀ ਭੇਟਾਵਾਂ ਦੇ ਕੇ ਉਹਦੇ ਮਨ ਦੇ ਵਿੱਚ ਲਾਲਸਾ ਜਾਗੀ ਹੈ ਕਿ ਇਹ ਭੇਟਾਵਾਂ ਮੇਰੇ ਕੋਲ ਹੋਣ ਤੇ ਕਿੱਡੀ ਵਧੀਆ ਗੱਲ ਹੋਵੇ। ਤੇ ਸਤਿਗੁਰ ਦੇ ਦਰਬਾਰ ਤੋਂ ਚਲਾ ਗਿਆ। ਜਾ ਕੇ ਮਨ ਦੇ ਵਿੱਚ ਵਿਚਾਰ ਪ੍ਰਾਪਤ ਕਰਦਾ ਕਿਵੇਂ ਨਾ ਕਿਵੇਂ ਸਤਿਗੁਰੂ ਜੀ ਤੋਂ ਭੇਟਾਵਾਂ ਪ੍ਰਾਪਤ ਕਰਾਂ। ਸਤਿਗੁਰੂ ਜੀ ਮੈਨੂੰ ਭੇਟਾ ਦੇ ਦੇਣ, ਉਪਹਾਰ ਦੇ ਦੇਣ ਤੇ ਬਹੁਤ ਵਧੀਆ ਗੱਲ ਹੋਵੇ। ਤੇ ਸਤਿਗੁਰੂ ਜੀ ਤੋਂ ਭੇਟਾਵਾਂ ਕਿਵੇਂ ਹਥਿਆਵਾਂ ਕਿਵੇਂ ਪ੍ਰਾਪਤ ਕਰਾਂ। ਉਸ ਵਕਤ ਰੋਜ਼ਾਨਾ ਇਹ ਵਿਚਾਰਾਂ ਸੋਚਦਾ ਏ ਤੇ ਵਿਚਾਰਾਂ ਸੋਚਦੇ ਸੋਚਦੇ ਮਨ ਦੇ ਵਿੱਚ ਇਹ ਪ੍ਰਾਪਤੀ ਹੋਈ। ਆਪਣੀ ਸਭਾ ਸਜਾਈ ਉਹਨੇ, ਸ਼ਾਸਤਰ ਵਿਦਿਆ ਦਾ ਅਭਿਆਸ ਕਰਨ ਲੱਗਿਆ। ਜਿਵੇਂ ਕਿਵੇਂ ਆਪਣੀ ਫੌਜ ਨੂੰ ਤਿਆਰ ਕਰਨ ਲੱਗਿਆ।
ਤੇ ਸਤਿਗੁਰੂ ਜੀ ਤੋਂ ਭੇਟਾਵਾਂ ਪ੍ਰਾਪਤ ਕਰਨ ਵਾਸਤੇ ਆਪਣੀ ਸਭਾ ਦੇ ਵਿੱਚ ਵਿਚਾਰ ਕਰਨ ਲੱਗਾ। ਉਹਨੇ ਸਾਰੀ ਵਾਰਤਾ ਦੱਸੀ। ਹੁਣ ਜਦੋਂ ਦਾ ਸਤਿਗੁਰੂ ਜੀ ਕੋਲੋਂ ਗਿਆ, ਉਦੋਂ ਦਾ ਮਨ ਦੇ ਵਿੱਚ ਬੜਾ ਵਿਰਾਗ ਹੈ, ਬੜੀ ਇਹ ਵਿਚਾਰ ਹੈ ਕਿ ਸਤਿਗੁਰੂ ਜੀ ਤੋਂ ਜਿਹੜੀਆਂ ਭੇਟਾਵਾਂ ਪ੍ਰਾਪਤ ਕਰਨੀਆਂ, ਕਿਵੇਂ ਪ੍ਰਾਪਤ ਕਰਾਂ। ਸਤਿਗੁਰੂ ਜੀ ਤੋਂ ਉਹ ਵਸਤਾਂ ਕਿਵੇਂ ਪ੍ਰਾਪਤ ਕਰਾਂ, ਜਿਵੇਂ ਪ੍ਰਸਾਦੀ ਹਾਥੀ ਹੋਇਆ, 5 ਕਲਾ ਸ਼ਾਸਤਰ ਹੋ ਗਿਆ, ਚੰਦਨ ਦੀ ਚੌਂਕੀ ਹੋ ਗਈ, ਸੋਨੇ ਦੇ ਕੰਗਣ, ਬੇਸ਼ੁਮਾਰ ਮਹਿੰਗੀ ਕੀਮਤ ਦੇ ਘੋੜੇ, ਵਧੀਆ ਨਸਲ ਦੇ, ਉੱਚੀ ਨਸਲ ਦੇ ਘੋੜੇ ਆ। ਹੁਣ ਇਹ ਸਤਿਗੁਰੂ ਜੀ ਤੋਂ ਪ੍ਰਾਪਤ ਕਿਵੇਂ ਕਰਾਂ, ਮਨ ਦੇ ਵਿੱਚ ਚਾਹਤ ਕਰਦਾ ਰਹਿੰਦਾ, ਸੋਚਦਾ ਰਹਿੰਦਾ ਏ। ਤੇ ਇੱਕ ਦਿਨ ਜਦੋਂ ਸਭਾ ਸਜਾਈ ਹੈ ਨਾ, ਸਭਾ ਦੇ ਵਿੱਚ ਆਪਣੇ ਮੰਤਰੀ ਸੰਤਰੀ ਜਿੰਨੇ ਵੀ ਉਹਦੇ ਅਹਿਲਕਾਰ ਨੇ ਉਹਨਾਂ ਨੂੰ ਇਕੱਤਰ ਕੀਤਾ। ਕਹਿੰਦੇ ਉਹਨੇ ਆਪਣੇ ਮਨ ਦੀ ਦਸ਼ਾ ਦੱਸੀ ਹੈ, ਬਈ ਮੈਂ ਸਤਿਗੁਰੂ ਜੀ ਤੋਂ ਭੇਟਾਵਾਂ ਪ੍ਰਾਪਤ ਕਰਨਾ ਚਾਹੁੰਦਾ, ਹਥਿਆਉਣਾ ਚਾਹੁੰਦਾ। ਇੱਕ ਦਫਾ ਸਤਿਗੁਰੂ ਜੀ ਮੈਨੂੰ ਭੇਟ ਇਹ ਦੇ ਦੇਣ, ਉਪਹਾਰ ਦੇ ਦੇਣ, ਤੇ ਬਾਅਦ ਵਿੱਚ ਮੈਂ ਆਪਣੇ ਬਲ ਛਲ ਦੇ ਨਾਲ ਉਹ ਵਸਤਾਂ ਸਤਿਗੁਰੂ ਜੀ ਨੂੰ ਮੋੜਨੀਆਂ ਨਹੀਂ, ਰੱਖ ਲੈਣੀਆਂ, ਕਿਉਂਕਿ ਸਾਡੀ ਸਰਕਾਰ ਹੈ, ਸਾਡੀ ਹਕੂਮਤ ਹੈ। ਉਸ ਵੇਲੇ ਇਦਾਂ ਦੀ ਵਿਚਾਰ ਕਰਨ ਲੱਗਾ। ਮੰਤਰੀ ਸੰਤਰੀਆਂ ਨੂੰ ਸਾਰਿਆਂ ਨੂੰ ਦੱਸਿਆ ਵੀ ਤੁਸੀਂ ਵਿਧੀ ਦੱਸੋ ਕਿਵੇਂ ਸਤਿਗੁਰੂ ਜੀ ਤੋਂ ਪ੍ਰਾਪਤ ਕਰੀਏ। ਉਸ ਵਕਤ ਕਿਸੇ ਨੇ ਕਿੱਦਾਂ ਦੀ ਵਿਚਾਰ ਦੱਸੀ, ਕਿਸੇ ਨੇ ਕਿੱਦਾਂ ਦੀ। ਰਾਜੇ ਨੇ ਸਭਾ ਦੇ ਵਿੱਚ ਵਿਚਾਰ ਦੱਸਣਾ ਕੀਤੀ। ਕਹਿੰਦੇ ਜੇ ਸਤਿਗੁਰੂ ਜੀ ਤੋਂ ਭੇਟਾਵਾਂ ਇਦਾਂ ਪ੍ਰਾਪਤ ਕਰਾਂਗੇ, ਮੰਨ ਲਓ 4 ਰਸਤੇ ਹੁੰਦੇ ਨੇ ਸਿਆਸਤ ਦੇ ਵਿੱਚ। ਜਾਂ ਤੇ ਕਹਿੰਦੇ ਪਿਆਰ ਦੇ ਨਾਲ ਸਤਿਗੁਰੂ ਜੀ ਤੋਂ ਵਸਤਾਂ ਪ੍ਰਾਪਤ ਕਰ ਲਈਏ, ਸਤਿਗੁਰੂ ਦੇ ਗੁਣ ਗਾਈਏ, ਸਤਿਗੁਰੂ ਦੇ ਬਲ ਦੇ ਹੋ ਜਾਈਏ। ਜੇ ਪਿਆਰ ਦੇ ਨਾਲ ਨਹੀਂ ਦਿੰਦੇ ਤੇ ਉਹਨਾਂ ਦੇ ਜਿਹੜੇ ਬਹੁਤੇ ਨਜ਼ਦੀਕੀ ਆ ਉਹਨਾਂ ਨੂੰ ਭਰਮਾ ਲਈਏ, ਉਹਨਾਂ ਨੂੰ ਵਸ ਦੇ ਵਿੱਚ ਕਰ ਲਈਏ, ਉਹ ਆਪਣੇ ਆਪ ਕਹਿੰਦੇ ਫਿਰ ਸਤਿਗੁਰੂ ਜੀ ਨੂੰ ਇੰਪ੍ਰੈਸ ਕਰਨਗੇ, ਸਤਿਗੁਰੂ ਜੀ ਨੂੰ ਪ੍ਰੇਰਿਤ ਕਰਨਗੇ ਉਹ ਵਸਤਾਂ ਦੇਣ ਨੂੰ। ਤੀਜੇ ਨੰਬਰ ਤੇ ਸਤਿਗੁਰੂ ਜੀ ਤੋਂ ਮੁੱਲ ਭੇਟਾ ਪ੍ਰਾਪਤ ਕਰ ਲਈਏ, ਉਹ ਜਿੰਨੀਆਂ ਵੀ ਮੁੱਲ ਉਹਦੀ ਕੀਮਤ ਅਦਾ ਕਰ ਦਈਏ। ਚੌਥੇ ਨੰਬਰ ਤੇ ਜੇਕਰ ਇਹ ਤਿੰਨੇ ਵਿਚਾਰਾਂ ਦੇ ਵਿੱਚ ਪ੍ਰਾਪਤੀ ਨਹੀਂ ਨਾ ਹੁੰਦੀ ਸਤਿਗੁਰੂ ਜੀ ਤੋਂ, ਫਿਰ ਜੰਗ ਜੁੱਧ ਕਰਕੇ ਧੱਕੇ ਨਾ ਉਹ ਵਸਤਾਂ ਹਥਿਆ ਲੈਂਦੇ ਆ। ਇਦਾਂ ਦੀ ਵਿਚਾਰ ਬਣਾਈ ਉਸ ਵਕਤ ਭੀਮ ਚੰਦ ਸੈਨ ਨੇ ਆਪਣੀ ਸਭਾ ਦੇ ਵਿੱਚ। ਪਰ ਕਹਿੰਦੇ ਜੇਕਰ ਇਹਨਾਂ ਗੱਲਾਂ ਤੋਂ ਉੱਪਰ ਕੋਈ ਹੋਰ ਵੀ ਵਿਚਾਰ ਹੈ, ਕੋਈ ਹੋਰ ਵੀ ਹੱਲ ਹੈ ਤੇ ਦੱਸੋ। ਉਸ ਵਕਤ ਕਹਿੰਦੇ ਇੱਕ ਮੰਤਰੀ ਨੇ ਵਿਚਾਰ ਕੀਤੀ। ਕਹਿੰਦੇ ਜੀ ਸਭ ਤੋਂ ਵੱਡਾ ਹੱਲ ਹੈ, ਸਭ ਤੋਂ ਵੱਡੀ ਵਿਚਾਰ ਤੁਹਾਡੀ ਬਣੀ ਪਈ ਹੈ। ਕੀ? ਕਹਿੰਦੇ ਤੁਹਾਡੇ ਸਨਮੁਖ ਪਹਾੜੀ ਰਾਜਾ ਜਿਹੜਾ ਕਿ ਫਤਿਹ ਚੰਦ, ਉਹ ਆਪਣੀ ਲੜਕੀ ਦੇ ਰਿਸ਼ਤੇ ਵਾਸਤੇ ਵਰ ਟੋਲਦਾ ਫਿਰਦਾ, ਵਧੀਆ ਚੰਗਾ ਰਾਜ ਘਰਾਣੇ ਦੇ ਵਿੱਚ ਵਰ ਟੋਲਦਾ ਫਿਰਦਾ ਫਤਿਹ ਚੰਦ ਰਾਜਾ। ਜੇਕਰ ਤੁਸੀਂ ਉਹਦੀ ਲੜਕੀ ਦਾ ਰਿਸ਼ਤਾ ਲੈਂਦੇ ਹੋ ਆਪਣੇ ਪੁੱਤਰ ਵਾਸਤੇ ਤੇ ਵਧੀਆ ਚੰਗੀ ਵਿਚਾਰ ਹੋਵੇ, ਕਹਿੰਦੇ ਤੁਸੀਂ ਸਤਿਗੁਰੂ ਜੀ ਨੂੰ ਬਹਾਨਾ ਲਾਇਓ ਕਿ ਤੁਹਾਡੇ ਜਿਹੜੇ ਭੇਟ ਆ, ਤੁਹਾਡੀਆਂ ਜਿਹੜੀਆਂ ਭੇਟਾਵਾਂ ਹਾਥੀ ਹੈ, ਪ੍ਰਸਾਦੀ ਹਾਥੀ ਵਗੈਰਾ, ਉਹ ਅਸੀਂ ਇਹ ਵਿਆਹ ਆਨੰਦ ਕਾਰਜ ਸ਼ਾਦੀ ਦੇ ਵਿੱਚ ਕਹਿੰਦੇ ਦਿਖਾਉਣ ਵਾਸਤੇ ਇੱਕ ਸ਼ੋਅ ਵਜੋਂ ਇਹ ਵਸਤਾਂ ਚਾਹੀਦੀਆਂ ਨੇ, ਦਿਖਾਉਣੀਆਂ ਨੇ, ਸ਼ੋਅ ਕਰਨੀਆਂ, ਤੇ ਕਿੱਡੀ ਵਧੀਆ ਚੰਗੀ ਗੱਲ ਹੋਵੇਗੀ। ਉਹ ਸਤਿਗੁਰੂ ਜੀ ਤੁਹਾਨੂੰ ਵਸਤਾਂ ਦੇਣ ਵਾਸਤੇ ਮੰਨ ਵੀ ਜਾਣਗੇ। ਇਹ ਆਪਣੇ ਕੋਲ ਬਹੁਤ ਵਧੀਆ ਇੱਕ ਬਹਾਨਾ ਹੈ, ਇੱਕ ਸਤਿਗੁਰੂ ਜੀ ਨੂੰ ਛੱਲਣ ਵਾਸਤੇ, ਫਰੇਬ ਕਰਨ ਵਾਸਤੇ ਇੱਕ ਵਿਚਾਰ ਹੈ। ਉਸ ਵਕਤ ਰਾਜਾ ਭੀਮ ਚੰਦ ਸੈਨ ਕਹਿਣ ਲੱਗਾ, ਦੇਖੋ ਸਤਿਗੁਰੂ ਜੀ ਨੇ ਇੰਨੇ ਦਿਨਾਂ ਵਾਸਤੇ ਵਸਤਾਂ ਨਹੀਂ ਦੇਣੀਆਂ, ਇੰਨੇ ਦਿਨਾਂ ਵਾਸਤੇ ਉਹਨਾਂ ਨੇ
ਇਹ ਸਭ ਕੁਝ ਦੇਣਾ ਨਹੀਂ, ਮਨਾ ਕਰ ਦੇਣਗੇ। ਕਹਿੰਦੇ ਕੋਈ ਹੋਰ ਵਿਚਾਰ ਬਣਾਓ। ਇਹ ਤੇ ਬਹੁਤ ਵਧੀਆ ਚੰਗੀ ਗੱਲ ਹੈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਪਾਂ ਇਹ ਬਹਾਨਾ ਲਾ ਦੇਵਾਂਗੇ, ਇਦਾਂ ਦੀ ਵਿਚਾਰ ਕਰ ਲਵਾਂਗੇ, ਸਤਿਗੁਰੂ ਜੀ ਮੰਨ ਵੀ ਜਾਣਗੇ। ਪਰ ਇੰਨੇ ਦਿਨਾਂ ਵਾਸਤੇ ਉਹਨਾਂ ਨੇ ਬਸਤਾਂ ਨਹੀਂ ਦੇਣੀਆਂ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਸਾਦੀ ਹਾਥੀ ਨਾਲ, ਉਹਨਾਂ ਘੋੜਿਆਂ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਹੈ, ਲਗਾਵ ਹੈ। ਉਹਨਾਂ ਨੇ ਬਸਤਾਂ ਇਦਾਂ ਨਹੀਂ ਦੇਣੀਆਂ। ਉਦਾਂ ਦਾ ਬਹਾਨਾ ਲਾਈਏ ਕਿ ਕੁਝ ਕੁ ਸਮੇਂ ਤੱਕ ਸਤਿਗੁਰੂ ਜੀ ਤੋਂ ਵਸਤੂ ਮੰਗੀਏ ਤੇ ਵਾਪਸ ਕਰ ਦੇਣ ਦਾ ਸਤਿਗੁਰੂ ਜੀ ਦੇ ਕੋਲ ਇੱਕ ਵਿਚਾਰ ਦਈਏ, ਹਵਾਲਾ ਦਈਏ, ਸਤਿਗੁਰੂ ਜੀ ਨੂੰ ਯਕੀਨ, ਭਰੋਸਾ, ਵਿਸ਼ਵਾਸ ਦਿਵਾਈਏ। ਇਦਾਂ ਦੀ ਵਿਚਾਰ ਕਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ। ਉਸ ਵਕਤ ਕਹਿੰਦੇ ਇੱਕ ਮੰਤਰੀ ਸਭਾ ਦੇ ਵਿੱਚ ਉੱਠਿਆ, ਕਹਿੰਦੇ ਜੀ ਤੁਸੀਂ ਫਿਰ ਇਦਾਂ ਕਰੋ, ਸਤਿਗੁਰੂ ਜੀ ਦੇ ਕੋਲੇ ਬਹਾਨਾ ਲਾ ਦਿੰਨੇ ਆ ਕਿ ਫਤਿਹ ਚੰਦ ਰਾਜਾ ਆਪਣੀ ਪੁੱਤਰੀ ਦਾ ਰਿਸ਼ਤਾ ਸਾਡੇ ਪੁੱਤਰ ਦੇ ਨਾਲ, ਸਾਡੇ ਸਾਹਿਬਜ਼ਾਦੇ ਦੇ ਨਾਲ ਕਰਨਾ ਚਾਹੁੰਦਾ। ਤੇ ਨੇ ਆਪਣੇ ਜਿਹੜੇ ਲਾਗੀ ਆ, ਆਪਣੇ ਜਿਹੜੇ ਪ੍ਰੋਹਤ ਆ, ਉਹ ਭੇਜਣੇ ਆ ਤੇ ਲਾਗੀਆਂ ਨੂੰ ਇਹ ਪ੍ਰਸਾਦੀ ਹਾਥੀ ਵਗੈਰਾ ਘੋੜੇ ਦਿਖਾਉਣੇ ਆ ਤੇ ਕੁਝ ਸਮੇਂ ਦੀ ਗੱਲ ਹੈ, ਤੁਹਾਨੂੰ ਮੋੜ ਦਾਂਗੇ। ਜਿਸ ਵੇਲੇ ਇੱਕ ਦਿਨ ਦੇ ਵਿੱਚ ਲਾਗੀਆਂ ਨੇ ਘੋੜੇ ਦੇਖ ਲਏ, ਪ੍ਰਸਾਦੀ ਹਾਥੀ ਦੇਖ ਲਿਓ, ਤੁਰ ਜਾਣਗੇ ਵਾਪਸ ਤੇ ਤੁਹਾਨੂੰ ਉਸੇ ਤਰ੍ਹਾਂ ਹੀ ਵਾਪਸ ਮੋੜ ਦੇਵਾਂਗੇ। ਇਹ ਵਿਚਾਰ ਬਣਾਈ। ਹੁਣ ਭਰੀ ਸਭਾ ਦੇ ਵਿੱਚ ਇਦਾਂ ਦੀ ਜਦੋਂ ਵਿਚਾਰ ਬਣਾਈ ਹੈ ਨਾ ਪਿਆਰਿਓ, ਉਸ ਵਕਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾਪੀ ਭੀਮ ਚੰਦ ਸੈਨ ਆਪਣੀ ਫੌਜ ਦੀ ਤੁੱਛ ਬੁੱਧੀ ਦੇ ਨਾਲ ਸਤਿਗੁਰੂ ਜੀ ਨੂੰ ਛੱਲਣਾ ਚਾਹੁੰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਪਰ ਇਹਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਰਹਿਮਤ ਦੇ ਮਾਲਕ ਨੇ, ਉਹਨਾਂ ਨੂੰ ਕੋਈ ਕਿਵੇਂ ਛੱਲ ਸਕਦਾ ਭਾਵ ਨਹੀਂ, ਉਹਨਾਂ ਨੂੰ ਕੋਈ ਕਿਵੇਂ ਬਸ ਵਿੱਚ ਕਰ ਸਕਦਾ ਭਾਵ ਨਹੀਂ। ਹੁਣ ਇਹਦੀ ਮੱਤ ਇਦਾਂ ਦੀ, ਸਤਿਗੁਰੂ ਜੀ ਨੂੰ ਕੁਝ ਜਾਣਦਾ ਨਹੀਂ, ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਨੂੰ ਪਛਾਣਦਾ ਨਹੀਂ। ਇਹਦੀ ਇਦਾਂ ਦੀ ਤੁੱਛ ਬੁੱਧੀ ਹੈ, ਮਾੜੀ ਮੱਤ ਹੈ। ਕਹਿੰਦੇ ਕੋਈ ਆਮ ਮਨੁੱਖ ਹੋਵੇ ਨਾ ਸੰਸਾਰ ਦੇ ਵਿੱਚ ਤੇ ਕਿਸੇ ਮਨੁੱਖ ਦੇ ਠੱਗੀ ਧੋਖੇ ਵਾਲੇ ਮਨੁੱਖ ਦੇ ਝੰਸੇ ਬਚਾ ਸਕਦਾ, ਕਿਵੇਂ ਨਾ ਕਿਵੇਂ ਕਰਕੇ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਮ ਪਾਤਸ਼ਾਹ ਸਤਿਗੁਰੂ ਜੀ ਕਿਵੇਂ ਕਿਸੇ ਦੇ ਝੰਸੇ ਵਿੱਚ ਆਵਣ, ਕਿਵੇਂ ਕਿਸੇ ਤੋਂ ਠੱਗੇ ਜਾਵਣ, ਭਾਵ ਨਹੀਂ। ਹੁਣ ਭੀਮ ਚੰਦ ਸੈਨ ਨੇ ਇਹ ਵਿਚਾਰ ਕੀਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ ਬਹੁਤ ਛੋਟੀ ਹੈ, ਨਿਆਣੀ ਉਮਰ ਹੈ, ਬਸ ਅਸੀਂ ਵੱਲ ਛਲ ਕਰਕੇ ਸਤਿਗੁਰੂ ਜੀ ਨੂੰ ਫਰੇਬ ਕਰਕੇ ਛਲ ਲਵਾਂਗੇ, ਵਾਸ ਵਿੱਚ ਕਰ ਲਵਾਂਗੇ, ਉਹਨਾਂ ਨਾਲ ਠੱਗੀ ਧੋਖਾ ਕਰ ਲਵਾਂਗੇ, ਮਾੜੀ ਮੱਤ ਅਪਣਾ ਲਵਾਂਗੇ, ਮਨ ਵਿੱਚ ਸੋਚਦੇ ਆ। ਪਰ ਸਤਿਗੁਰੂ ਜੀ ਅੱਗੇ ਕਿਸੇ ਦਾ ਜ਼ੋਰ ਕੀ ਚੱਲੇ, ਭਾਵ ਨਹੀਂ। ਇਹ ਪਾਪੀਆਂ ਦੀ ਮੱਤ ਤੇ ਇਦਾਂ ਦੀ ਹੈ ਜਿਵੇਂ ਕਹਿੰਦੇ ਸੂਰਜ ਉਦੇ ਹੋਇਆ, ਸੂਰਜ ਚੜਨ ਤੇ ਜਿਹੜੇ ਜੁਗਨੂ ਐ ਟਿਮਟਮਾਉਂਦੇ, ਰਾਤ ਦੇ ਵਿਖੇ ਟਮਾਉਂਦੇ ਆ, ਉਹਨਾਂ ਦੀ ਰੋਸ਼ਨੀ ਦਿਖਦੀ, ਉਹ ਵੀ ਮੱਧਮ ਜਿਹੀ। ਕਹਿੰਦੇ ਉਹ ਜੁਗਨੂ ਜੇਕਰ ਆਪਣੇ ਮਨ ਦੇ ਵਿੱਚ ਵਿਚਾਰ ਲੈ ਕੇ ਪ੍ਰਾਪਤ ਕਰਕੇ ਫਿਰਦਾ ਰਵੇ, ਹੰਕਾਰ ਲੈ ਕੇ ਤੁਰਿਆ ਫਿਰਦਾ ਰਵੇ, ਮੇਰੇ ਕੋਲੇ ਲਾਈਟ ਹੈ, ਮੇਰੇ ਕੋਲੇ ਚਾਨਣ ਹੈ, ਮੈਂ ਚਾਨਣ ਕਰਨਾ, ਤੇ ਸਤਿਗੁਰੂ ਜੀ ਕਹਿੰਦੇ ਜੇਕਰ ਇਦਾਂ ਦੇ ਹੰਕਾਰ ਦੇ ਵਿੱਚ ਤੁਰਿਆ ਫਿਰੇ ਤੇ ਉਹ ਮੂਰਖ ਹੈ, ਮਾੜੀ ਮੱਤ ਵਾਲਾ ਹੈ। ਪਰ ਜਦੋਂ ਸੂਰਜ ਉਦੇ ਹੁੰਦਾ ਨਾ, ਇਦਾਂ ਦੇ ਭਾਵੇਂ ਲੱਖਾਂ ਜੁਗਨੂ ਇਕੱਤਰ ਹੋ ਜਾਣ, ਉਹਨਾਂ ਦੀ ਜਿਹੜੀ ਰੌਸ਼ਨੀ ਹੈ ਸੂਰਜ ਦੇ ਅੱਗੇ ਕਦਾਚਿਤ ਵੀ ਕੋਈ ਕੰਮ ਨਹੀਂ ਆਉਂਦੀ, ਕਿਸੇ ਪ੍ਰਕਾਰ ਵੀ ਇਦਾਂ ਦੀ ਪ੍ਰਾਪਤੀ ਨਹੀਂ ਰਹਿੰਦੀ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸੇ ਤਰ੍ਹਾਂ। ਹੁਣ ਗੁਰੂ ਸਾਹਿਬ ਜੀ ਸੂਰਜ ਦੀ ਤਰ੍ਹਾਂ, ਭੀਮ ਚੰਦ ਸੈਨ ਵਰਗੇ ਇੱਕ ਜੁਗਨੂ ਦੀ ਤਰ੍ਹਾਂ ਹੈ। ਉਹ ਮਾੜੀ ਮੋਟੀ ਜਿੰਨੀ ਕ ਹੰਕਾਰ ਦੀ ਵਿਚਾਰ ਲੈ ਕੇ ਤੁਰੇ ਫਿਰਦੇ ਆ, ਆਪਣੇ ਰਾਜ ਭਾਗ, ਆਪਣੀ ਹਕੂਮਤ ਦੇ ਨਾਂ ਤੇ
ਮਾਣ ਲੈ ਕੇ ਤੁਰੇ ਫਿਰਦੇ ਕਿ ਅਸੀਂ ਸੰਸਾਰ ਦੇ ਵਿੱਚ ਜੋ ਕਰਾਂਗੇ ਉਹੀ ਹੋਵੇਗਾ। ਪਰ ਇਹਨਾਂ ਨੂੰ ਇਹ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹੁਤ ਵੱਡੀ ਬਖਸ਼ਿਸ਼ ਰਹਿਮਤ ਦੇ ਮਾਲਕ ਨੇ, ਉਹਨਾਂ ਦੇ ਉੱਪਰ ਦੀ ਕੋਈ ਕੌਣ ਹੋ ਸਕਦਾ ਭਾਵ ਨਹੀਂ। ਹੁਣ ਇਦਾਂ ਦੀ ਵਿਚਾਰ ਲੈ ਕੇ ਸਤਿਗੁਰੂ ਜੀ ਨੂੰ ਛੱਲਣਾ ਚਾਹੁੰਦੇ ਨੇ। ਮਨ ਵਿੱਚ ਬੜੇ ਖੁਸ਼ ਹੋਏ, ਕਹਿੰਦੇ ਵਾਕਈ ਇਹ ਗੱਲ ਠੀਕ ਰਹੇਗੀ। ਸਤਿਗੁਰੂ ਜੀ ਨੂੰ ਜਾ ਕੇ ਕਵਾਂਗੇ ਸਾਡੇ ਇੱਥੇ ਸਾਡੇ ਪੁੱਤਰ ਨੂੰ ਸ਼ਗਨ ਲੈ ਕੇ ਰਾਜਾ ਫਤਿਹ ਚੰਦ ਦੇ ਜਿਹੜੇ ਲਾਗੀ ਹੈ ਪ੍ਰੋਤ ਹੈ ਉਹ ਪਹੁੰਚਣੇ, ਉਹਨਾਂ ਨੂੰ ਅਸੀਂ ਇਹ ਸਭ ਸਾਜੋ ਸਮਾਨ ਦਿਖਾਉਣਾ, ਆਪਣਾ ਰੁਤਬਾ ਕਾਇਮ ਕਰਨ ਵਾਸਤੇ, ਆਪਣੀ ਸਰਦਾਰੀ ਕਾਇਮ ਕਰਨ ਵਾਸਤੇ, ਆਪਣਾ ਵੱਡਪਣ ਪ੍ਰਾਪਤ ਕਰਨ ਵਾਸਤੇ ਇਹ ਵਸਤਾਂ ਅਸੀਂ ਛੋਹ ਕਰਨੀਆਂ ਨੇ ਤੇ ਸਾਨੂੰ ਦਿਖਾਈਆਂ ਦਿੱਤੀਆਂ ਜਾਣ, ਇਜਾਜ਼ਤ ਦਿੱਤੀ ਜਾਵੇ। ਸਤਿਗੁਰੂ ਜੀ ਤੁਹਾਡਾ ਚੰਗਾ ਧੰਨਵਾਦ ਹੋਵੇਗਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਦਾਂ ਮਿੱਠੀਆਂ ਗੱਲਾਂ ਦੇ ਵਿੱਚ ਭਰਮਾ ਕੇ ਠੱਗਣਾ ਚਾਹੁੰਦੇ ਨੇ। ਹੁਣ ਰੱਬ ਕਿੱਥੋਂ ਕਿਸੇ ਤੋਂ ਠੱਗਿਆ ਜਾਵੇ ਭਾਵ ਨਹੀਂ। ਜਿਵੇਂ ਕਿਸੇ ਨੇ ਕਿਹਾ ਤਾਂ ਇੱਥੋਂ ਰੱਬ ਠੱਗਿਆ ਨਹੀਂ ਜਾਣਾ। ਦੁਨੀਆ ਨੂੰ ਠੱਗਣ ਵਾਲਿਆ, ਦੁਨੀਆ ਨੂੰ ਠੱਗਣ ਵਾਲਾ ਮਨੁੱਖ ਦੁਨੀਆ ਨੂੰ ਠੱਗ ਸਕਦਾ, ਰੱਬ ਨੂੰ ਨਹੀਂ। ਸੰਸਾਰ ਦੇ ਵਿੱਚ ਮਨੁੱਖ ਬੜੇ ਫਰੇਬ ਕਰਦਾ, ਬੜੇ ਝੂਠ ਬੋਲਦਾ, ਬੜੀਆਂ ਚੁਗਲੀਆਂ ਨਿੰਦਿਆ ਪਿਆ ਕਰਦਾ, ਇੱਕ ਦੂਜੇ ਨੂੰ ਨੀਚ ਦਿਖਾਉਣ ਦਾ ਯਤਨ ਪਿਆ ਕਰਦਾ ਏ। ਸਤਿਗੁਰੂ ਜੀ ਕਹਿੰਦੇ ਮਨੁੱਖ ਮਨੁੱਖ ਦੇ ਪ੍ਰਭਾਵ ਪਾ ਸਕਦਾ, ਪਰ ਰੱਬ ਦੇ ਕੌਣ ਪਾਵੇ? ਕੋਈ ਨਹੀਂ ਪਾ ਸਕਦਾ। ਮਨੁੱਖ ਮਨੁੱਖ ਨੂੰ ਨੀਚ ਦਰਸਾ ਸਕਦਾ, ਰੱਬ ਨੂੰ ਕੌਣ ਦਰਸਾਵੇ ਭਾਵ ਨਹੀਂ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹਨਾਂ ਨੇ ਸਮਝਿਆ, ਕਹਿੰਦੇ ਆਮ ਇਨਸਾਨ ਹੈ, ਆਮ ਮਨੁੱਖ ਹੈ, ਪਰ ਇਹਨਾਂ ਨੂੰ ਇਹ ਨਹੀਂ ਪਤਾ ਅਕਾਲ ਪੁਰਖ ਪਰਮਾਤਮਾ ਖੁਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਦੇ ਵਿੱਚ ਫਾਨੀ ਸੰਸਾਰ ਦੇ ਵਿੱਚ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਆਏ ਨੇ। ਆਪ ਆਏ ਨੇ, ਆਪ ਬਖਸ਼ਿਸ਼ ਰਹਿਮਤ ਕਰਨ ਵਾਸਤੇ ਆਏ ਨੇ। ਹੁਣ ਰੱਬ ਨੂੰ ਕੌਣ ਠੱਗੇ ਭਾਵ ਕੋਈ ਨਹੀਂ। ਉਸ ਵੇਲੇ ਇਹਨਾਂ ਨੇ ਬੜੀਆਂ ਵਿਉਂਤਾਂ ਬਣਾਈਆਂ, ਬੜੀਆਂ ਵਿਚਾਰਾਂ ਬਣਾਈਆਂ। ਕਿਸੇ ਨੇ ਕਿੱਦਾਂ ਦੀ ਸਲਾਹ ਦਿੱਤੀ, ਕਿਸੇ ਨੇ ਕਿੱਦਾਂ ਦੀ, ਕਿਉਂਕਿ ਸੰਸਾਰਕ ਮਨੁੱਖਾਂ ਦੀ ਇੱਕੋ ਜਿਹੀ ਮਤ ਨਹੀਂ ਹੁੰਦੀ, ਇੱਕੋ ਜਿਹੀ ਬੁੱਧੀ ਨਹੀਂ ਹੁੰਦੀ। ਕਿਸੇ ਦੀ ਬੁੱਧੀ ਕਿਸੇ ਪ੍ਰਕਾਰ ਦੀ, ਕਿਸੇ ਦੀ ਮਤ ਕਿਸੇ ਪ੍ਰਕਾਰ ਦੀ, ਕਿਸੇ ਨੇ ਕੀ ਵਿਚਾਰ ਦੇਣੀ, ਕਿਸੇ ਨੇ ਕੀ। ਤੇ ਸਤਿਗੁਰੂ ਜੀ ਕਹਿੰਦੇ ਜੇਕਰ ਇਹ ਮਨੁੱਖ ਦੀ ਇੱਕ ਜਿਹੀ ਮਤ ਹੋ ਜੇ, ਗੁਰਮੁਖਾਂ ਵਾਲੀ ਮਤ ਬਣ ਜੇ, ਤੇ ਸੰਸਾਰ ਦੇ ਵਿੱਚ ਕਹਿੰਦੇ ਕਲਯੁਗ ਦਾ ਨਾਮ ਹੀ ਨਹੀਂ ਰਹਿਣਾ, ਸਤਿਯੁਗ ਪ੍ਰਾਪਤ ਹੋ ਜਾਵੇ। ਕਲਯੁਗ ਕਹਿੰਦੀ ਇਹਨੂੰ ਹੈ ਕਿ ਮਨੁੱਖ ਦੀ ਜਿਹੜੀ ਮਤ ਹੈ, ਬੁੱਧੀ ਹੈ, ਦਿਮਾਗ ਹੈ, ਉਹ ਕੋਈ ਕਿੱਦਾਂ ਦੀ ਵਿਚਾਰ ਕਰਦਾ, ਕੋਈ ਕਿੱਦਾਂ ਦੀ। ਤੇ ਇਸ ਮਨੁੱਖ ਦਾ ਵੀ ਕਹਿੰਦੇ ਕੋਈ ਕਸੂਰ ਨਹੀਂ। ਜਿੱਦਾਂ ਦੀਆਂ ਮਨੁੱਖ ਨੇ ਵਿਚਾਰਾਂ ਕੀਤੀਆਂ, ਕਰਮ ਕੀਤੇ, ਉਹਦੇ ਮੁਤਾਬਕ ਕਹਿੰਦੇ ਮਨੁੱਖ ਆਪੋ ਆਪਣਾ ਭੋਗੀ ਜਾਂਦਾ। ਕੋਈ ਪਾਪ ਕਰੀ ਜਾਂਦਾ, ਕੋਈ ਪੁੰਨ ਕਰੀ ਜਾਂਦਾ, ਕੋਈ ਠੱਗੀਆਂ ਧੋਖੇ ਚੁਗਲੀਆਂ ਨਿੰਦਿਆ ਪੇ ਕਰੀ ਜਾਂਦਾ। ਕਿਸੇ ਪ੍ਰਕਾਰ ਕੋਈ ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰੀ ਜਾਂਦਾ। ਇਹ ਆਪਣੀ ਕਰਮਾਂ ਦੀ ਵਿਚਾਰ ਹੈ। ਜਿਵੇਂ ਸਤਿਗੁਰ ਦੀ ਗੁਰਬਾਣੀ ਪੜ੍ਹਦੇ ਨਾ ਸ਼ਲੋਕ ਜਪਜੀ ਸਾਹਿਬ ਦਾ, ਸਤਿਗੁਰੂ ਜੀ ਕਹਿੰਦੇ ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ। ਆਪੋ ਆਪਣੇ ਕਰਮਾਂ ਅਨੁਸਾਰ ਹੈ। ਕੋਈ ਸਤਿਗੁਰ ਦੇ ਨਜ਼ਦੀਕ ਹੈ, ਕੋਈ ਸਤਿਗੁਰ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਵਿੱਚ ਆਨੰਦ ਮਾਣਦਾ, ਜਿਵੇਂ ਆਪ ਸੰਗਤ ਬੈਠੇ ਹੋ। ਕੋਈ ਸਤਿਗੁਰ ਤੋਂ ਦੂਰ ਹੋਇਆ ਪਿਆ ਏ, ਪਾਪ ਕਰਮ ਕਮਾ ਰਿਹਾ। ਕਿਸੇ ਨੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਨੀ, ਕਿਸੇ ਨੇ ਮੰਦ ਕਰਮ ਕਮਾ ਕੇ ਆਪਣਾ ਭਾਰ ਸੰਸਾਰ ਦੇ ਵਿੱਚ ਮਨੁੱਖੇ ਜਨਮ ਜੀਵਨ ਦੇ ਨਾਲ ਬੰਨ ਲੈਣਾ। ਤੇ ਜੇ ਇਸ ਮਨੁੱਖ ਦੇ ਸਰੀਰ ਦੇ ਨਾਲ, ਜੀਵ ਆਤਮਾ ਦੇ ਨਾਲ ਮਾੜੇ ਕਰਮ ਰੂਪੀ ਭਾਰ ਬੰਨ ਦਿੱਤੇ ਗਏ, ਉਹ ਭਵ ਸਾਗਰ ਤੋਂ ਕਿਵੇਂ ਤਰੇਗਾ ਭਾਵ ਨਹੀਂ। ਆਮ ਪ੍ਰੈਕਟੀਕਲ ਰੂਪ ਤੇ ਦੇਖ ਲਈਏ, ਕਿਸੇ ਵਸਤੂ ਨੂੰ ਕਿਸੇ ਦੇ ਨਾਲ ਬੰਨ ਕੇ ਪਾਣੀ ਵਿੱਚ ਸੁੱਟ ਦਈਏ। ਮਾਨੋ ਕੋਈ ਲੱਕੜੀ ਹੈ, ਲੱਕੜੀ ਪਾਣੀ ਤੇ ਤਰਦੀ ਹੈ ਨਾ। ਹੁਣ ਲੱਕੜੀ ਦੇ
ਉਹਦੀ ਕਪੈਸਿਟੀ ਤੋਂ ਜ਼ਿਆਦਾ ਭਾਰ ਬੰਨ ਦਈਏ, ਉਹਦੇ ਨਾਲ ਪਾਣੀ 'ਚ ਸੁੱਟ ਦਈਏ, ਲੱਕੜੀ ਪਾਣੀ ਦੇ ਵਿੱਚ ਡੁੱਬ ਜਾਵੇਗੀ, ਉਹ ਭਾਰ ਦੇ ਨਾਲ ਤੈਰੇਗੀ ਨਹੀਂ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਮਨੁੱਖ ਦੇ ਕਰਮਾਂ ਦੀ ਕਪੈਸਿਟੀ ਹੈ, ਮਨੁੱਖ ਦੇ ਕਰਮਾਂ ਦਾ ਹੱਦ ਹੈ। ਬਈ ਇੰਨੇ ਕਰਮ ਕਮਾ ਲੇਗਾ, ਚੰਗੇ ਤਰ ਜਾਵੇਂਗਾ, ਤੇਰੇ ਜਿਹੜੇ ਮਾੜੇ ਮੋਟੇ ਪਾਪ ਹੈ ਉਹ ਢਕੇ ਜਾਣਗੇ, ਇਹ ਕਰਮਾਂ ਸ਼ੁਭ ਕਰਮਾਂ ਦੇ ਨਾਲ। ਤੇ ਜੇ ਬਹੁਤੇ ਪਾਪ ਹੋ ਗਏ, ਕਰਮ ਚੰਗੇ ਥੋੜੇ ਹੋ ਗਏ। ਬਹੁਤੇ ਪਾਪ ਚੰਗੇ ਕਰਮਾਂ ਨੂੰ ਵੀ ਕਹਿੰਦੇ ਥੋੜੇ ਕਰਮਾਂ ਨੂੰ ਵੀ ਲੈ ਕੇ ਡੁੱਬ ਜਾਂਦੇ ਨੇ। ਤੇ ਜੇ ਬਹੁਤੇ ਸ਼ੁਭ ਕਰਮ ਹੋਏ, ਪਾਪ ਥੋੜੇ ਹੋਏ, ਥੋੜੇ ਪਾਪਾਂ ਨੂੰ ਬਹੁਤੇ ਸ਼ੁਭ ਕਰਮਾਂ ਨੇ ਤਾਰ ਦੇਣਾ। ਤੇ ਸਤਿਗੁਰੂ ਜੀ ਕਹਿੰਦੇ ਜਿੱਧਰ ਪਾਸੇ ਵੱਲ ਤਰਾਜੂ ਦਾ ਭਾਰ ਜ਼ਿਆਦਾ ਹੋਇਆ ਨਾ, ਉਧਰ ਵਾਲੇ ਪਾਸੇ ਝੁਕਾਓ ਜ਼ਿਆਦਾ ਹੋਵੇਗਾ। ਜੇ ਪਾਪ ਰੂਪੀ ਕਰਮਾਂ ਵੱਲ ਝੁਕਾਓ ਜ਼ਿਆਦਾ ਤੇ ਪਾਪ ਕਰਮ ਦੇ ਵਿੱਚ ਪੈ ਜਾਵੇਗਾ, ਪੁੰਨ ਰੂਪੀ ਕਰਮਾਂ ਵੱਲ ਤਰਾਜੂ ਦਾ ਭਾਰ ਜ਼ਿਆਦਾ ਤੇ ਪੁੰਨ ਰੂਪੀ ਕਰਮਾਂ ਵਿੱਚ ਪੈ ਜਾਵੇਗਾ। ਇਹ ਕਰਮਾਂ ਦੇ ਆਧਾਰ ਤੇ ਭਾਵ ਕਹਿਣ ਦਾ, ਜਿੱਦਾਂ ਦੇ ਕਰਮ ਕਰ ਲਾਵਾਂਗੇ ਉਦਾਂ ਦੇ ਕਰਮ ਕਾਂਡਾਂ ਦੇ ਆਧਾਰ ਤੇ ਸਤਿਗੁਰ ਦੇ ਨਜ਼ਦੀਕ ਹੈ ਕੋਈ, ਸਤਿਗੁਰ ਤੋਂ ਦੂਰ ਹੈ ਕੋਈ, ਕਿ ਨੇੜਾ ਹੈ ਕਿ ਦੂਰ, ਕੋਈ ਨੇੜੇ ਆ ਕੋਈ ਦੂਰ ਹੈ, ਕੋਈ ਸਤਿਗੁਰ ਦੀ ਸੇਵਾ ਵਿੱਚ ਲੱਗਿਆ, ਕੋਈ ਸਤਿਗੁਰ ਦੇ ਦਰ ਘਰ ਦੀ ਨਿੰਦਿਆ ਕਰਨ ਵਾਚੀ ਲੱਗਿਆ। ਇਹ ਸਤਿਗੁਰੂ ਗੁਰੂ ਅਕਾਲ ਪੁਰਖ ਪਰਮਾਤਮਾ ਵੱਲੋਂ ਡਿਊਟੀਆਂ ਲੱਗੀਆਂ ਨੇ। ਇਹ ਸਤਿਗੁਰੂ ਜੀ ਕਿਰਪਾ ਕਰਦੇ ਉਸ ਵੇਲੇ ਕਹਿੰਦੇ ਹੁਣ ਇਹ ਪਾਪੀ ਭੀਮ ਚੰਦ ਸੈਨ ਰਾਜਾ ਦੀ ਡਿਊਟੀ ਲੱਗ ਗਈ। ਕਰਮ ਉਦਾਂ ਦੇ, ਮਤ ਉਦਾਂ ਦੀ ਕਿ ਸਤਿਗੁਰੂ ਗੁਰੂ ਨਾਨਕ ਦੇ ਦਰਕਰ ਦੇ ਨਾਲ ਬੈਰ ਵਿਰੋਧ ਕਰਨਾ, ਇਹ ਡਿਊਟੀ ਲੱਗ ਗਈ। ਉਸ ਵੇਲੇ ਰਾਜਾ ਰਤਨ ਰਾਏ ਵਰਗੇ ਵੀ ਹੈ ਜਿਹੜੇ ਜਿਨ੍ਹਾਂ ਨੇ ਸਤਿਗੁਰ ਦੇ ਦਰਕਰ ਦੇ ਨਾਲ ਬੜਾ ਪਿਆਰ ਕੀਤਾ, ਪ੍ਰੇਮ ਕੀਤਾ, ਸਤਿਗੁਰ ਦੇ ਦਰਕਰ ਵਿਖੇ ਵੇਸ਼ ਮਾਰ ਕੀਮਤੀ ਭੇਟਾਂ ਮਾਰਪਣ ਕੀਤੀਆਂ। ਹੁਣ ਰਾਜੇ ਦੋਨੇ ਹੀ ਹੈ, ਉਹ ਵੀ ਰਾਜਾ ਵੀ ਰਾਜਾ। ਕਰਮਾਂ ਦੇ ਵਿੱਚ ਫਰਕ ਹੋਣ ਕਾਰਨ ਕਰਕੇ ਇੱਕ ਗੁਰੂ ਨਾਨਕ ਦੇ ਦਰਕਰ ਨਾਲ ਬੈਰ ਵਿਰੋਧ ਕਮਾਉਣ ਲੱਗ ਪਿਆ। ਇੱਕ ਰਾਜਾ ਸਤਿਗੁਰ ਦੇ ਦਰਕਰ ਦੇ ਨਾਲ ਜੁੜ ਕੇ ਸਿੱਖੀ ਪ੍ਰਾਪਤ ਕਰਕੇ ਸਤਿਗੁਰੂ ਜੀ ਦੇ ਸਨਮੁਖ ਤਨ ਮਨ ਧਨ ਅਰਪਣ ਕਰਨ ਲੱਗ ਪਿਆ। ਰਾਜਾ ਰਤਨ ਰਾਏ ਵੀ ਰਾਜਾ ਏ, ਰਾਜਾ ਭੀਮ ਚੰਦ ਸੈਨ ਵੀ ਰਾਜਾ ਏ। ਦੋਨਾਂ ਦੀ ਮਤ ਵੱਖੋ ਵੱਖਰੀ ਹੈ। ਤਾਂ ਤੇਰਾ ਉਹ ਵਿਚਾਰ ਉਸ ਵੇਲੇ ਕਹਿੰਦੇ ਉਹ ਮੰਤਰੀ ਨੇ ਵਿਚਾਰ ਕੀਤੀ, ਕਹਿੰਦੇ ਸਤਿਗੁਰੂ ਜੀ ਦਾ, ਸਤਿਗੁਰੂ ਜੀ ਤੋਂ ਪ੍ਰਸਾਦੀ ਹਾਥੀ ਮੰਗ ਲੈਨੇ ਫਰੇਬ ਦੇ ਨਾਲ, ਬਾਅਦ ਵਿੱਚ ਜਿਵੇਂ ਤੁਹਾਡੀ ਮਰਜ਼ੀ ਹੋਵੇਗੀ ਉਹਦੇ ਮੁਤਾਬਕ ਵਰਤਿਓ, ਇਹ ਗੱਲ ਸਹੀ ਰਹੇਗੀ। ਉਸ ਵੇਲੇ ਬੜੇ ਖੁਸ਼ ਹੋਏ, ਕਹਿੰਦੇ ਹੁਣ ਤੇ ਬਸ ਸਤਿਗੁਰੂ ਜੀ ਤੋਂ ਪ੍ਰਸਾਦੀ ਹਾਥੀ ਪ੍ਰਾਪਤ ਕੀਤਾ ਹੀ ਸਮਝੋ। ਸਤਿਗੁਰੂ ਜੀ ਤੋਂ ਹਾਥੀ ਲੈ ਲੈਣਾ ਇੱਕ ਵਾਰੀ, ਬਸ ਫੇਰ ਨਹੀਂ ਦੇਣਾ। ਫਿਰ ਭਾਵੇਂ ਜਿੰਨੀ ਮਰਜ਼ੀ ਜੰਗ ਜੁੱਧ ਕੀਤੀ ਜਾਵੇ, ਫੇਰ ਨਹੀਂ ਵਾਪਸ ਮੁੜਨਾ। ਸਤਿਗੁਰੂ ਜੀ ਜਿੱਦਾਂ ਦਾ ਮਰਜ਼ੀ ਵਿਚਾਰ ਕਰੀ ਜਾਣ, ਜਿਵੇਂ ਮਰਜ਼ੀ ਮਿੰਨਤਾਂ ਕਰਨ, ਮੋੜਨਾ ਨਹੀਂ। ਉਸ ਵੇਲੇ ਬੜੇ ਖੁਸ਼ ਹੋਏ ਨੇ ਤੇ ਸਤਿਗੁਰੂ ਜੀ ਤੇ ਪਹਿਲਾਂ ਹੀ ਇਹਨਾਂ ਗੱਲਾਂ ਨੂੰ ਜਾਣਦੇ ਨੇ, ਇਸ ਵਿਚਾਰ ਨੂੰ ਜਾਣਦੇ ਕਿੱਦਾਂ ਦੀ ਮੱਤ ਲੈ ਕੇ ਆਉਣਾ ਇਹਨਾਂ ਨੇ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਇਦਾਂ ਦੀ ਇਹਨਾਂ ਨੇ ਸਾਜ਼ਿਸ਼ ਰਚਨਾ ਕੀਤੀ ਤੇ ਮੰਤਰੀ ਨੂੰ ਬਹੁਤ ਵਧੀਆ ਸ਼ਾਬਾਸ਼ ਦਿੱਤੀ। ਉਸ ਭਰੀ ਸਭਾ ਦੇ ਵਿੱਚ ਕੁਝ ਕੁ ਦੀ ਮਾਇਆ ਦੇ ਨਾਲ ਸਤਿਕਾਰ ਕੀਤਾ ਗਿਆ ਮੰਤਰੀ ਦਾ, ਤੇ ਨਾਲ ਵਧੀਆ ਸੁੰਦਰ ਘੋੜਾ ਦਿੱਤਾ ਗਿਆ ਕਿ ਘੋੜੇ ਤੇ ਸਵਾਰ ਹੋ ਕੇ ਆਓ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਵਿਚਾਰ ਕਰਕੇ ਸਤਿਗੁਰੂ ਜੀ ਤੋਂ ਪ੍ਰਸਾਦੀ ਹਾਥੀ ਮੰਗ ਕੇ ਲੈ ਕੇ ਆਓ। ਹੁਣ ਵਾਪਸ ਮੁੜਨਾ ਖਾਲੀ ਹੱਥ ਨਾ ਮੁੜੀ, ਜ਼ਰੂਰ ਵਸਤ ਲੈ ਕੇ ਆਈ, ਪ੍ਰਸਾਦੀ ਹਾਥੀ ਵਗੈਰਾ ਜੋ ਸਤਿਗੁਰ ਦੀਆਂ ਭੇਟਾਂ ਮੈਨੇ ਉਪਹਾਰ ਹਨ ਲੈ ਕੇ ਮੁੜੀ। ਉਹ ਕਹਿੰਦਾ ਜੀ ਮੇਰਾ ਤੇ ਖੱਬੇ ਹੱਥ ਦਾ ਕੰਮ ਹੈ, ਬਸ ਮੈਂ ਗਿਆ ਤੇ ਆਇਆ, ਮੈਂ ਬੜਾ ਚਲਾਕ ਹੈ, ਬਹੁਤ ਵਧੀਆ, ਮੇਰੇ ਮਨ ਦੇ ਵਿੱਚ ਫੁਰਤੀ ਹੈ, ਚਲਾਕੀ ਹੈ, ਦਰੁਸਤੀ ਹੈ, ਮੈਂ ਤੇ ਇਦਾਂ ਦੀਆਂ ਗੱਲਾਂ ਕਰੂੰ ਸਤਿਗੁਰੂ ਜੀ ਦੇ ਕੋਲ, ਸਤਿਗੁਰੂ ਜੀ ਨੇ ਯਕੀਨ ਹੀ ਮੰਨ ਲੈਣਾ।
सतगुरु ने मेरे झांसे विच आ जाना, सतगुरु ने ठगिया जाना। उस वेले मन विच विचार लैके तुरिया। हुण बहुत उहदा सत्कार कीता मंत्री दा कि इहने वधिया सलाह दित्ती, चंगी विचार दित्ती है, ਉਹਨੂੰ ਵਧੀਆ ਇਨਾਮ ਦਿੱਤਾ ਗਿਆ। ਹੁਣ ਕਹਿੰਦੇ ਜਦੋਂ ਭੇਟਾ ਲੈ ਕੇ ਮੁੜੇਗਾ ਸਤਿਗੁਰ ਦਾ ਪ੍ਰਸਾਦੀ ਹਾਥੀ, ਉਸ ਤੋਂ ਵੱਧ ਇਨਾਮ ਫੇਰ ਦਿੱਤਾ ਜਾਣਾ ਤੈਨੂੰ। ਉਸ ਵੇਲੇ ਰਾਜਾ ਭੀਮ ਚੰਦ ਤੋਂ ਆਗਿਆ ਲੈ ਕੇ ਉਹ ਮੰਤਰੀ ਤੁਰ ਪਿਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਸਤਿਗੁਰ ਜੀ ਤੋਂ ਪ੍ਰਸਾਦੀ ਹਾਥੀ ਮੰਗਣ ਵਾਸਤੇ। ਮਨ ਵਿੱਚ ਬਹੁਤ ਖੁਸ਼ ਹੈ, ਘਾੜ ਤਾਂ ਘੜਦਾ ਹੁੰਦਾ, विचार करदा हुंदा बस इस कारज नूं अंजाम दे ही देना। बस मन विच विचार करदा जे प्रसादी हाथी लैके आ गया ते राजा भीम चंद सैन मैनू की भेट दूगा, की नाम दूगा, बड़ा खुश हुंदा सोच के। उस वक्त कहंदे अपने उस स्थान तो तुर पिया राजा भीम चंद सैन तो आग्या लैके। ਹੁਣ इधर गुरु गोबिंद सिंह महाराज दसम पातशाह सतगुरु जी श्री आनंदपुर साहिब की धरती ते विराजमान है। सतगुरु जी बेअंत कौतक रच रहे ने। कई दफा वो प्रसादी हाथी ते सवारी करते शिकार खेडन जाते ने। वधिया झुल दे नाल वो प्रसादी हाथी का शंगार किया जाता। उस दे जिहड़े बाहरले दंद है उन्हां ते सोने दे चूड़े पहन दिते जांदे, कंगणियां पहन दित्तियां जांदियां ने। उस वक्त सोने दियां जंजीरां दे नाल वो प्रसादी हाथी नूं शिंगार दिता जांदा, सोने दी गल विच टल्ली पा दित्ती जांदी। जदों मस्ती दे नाल वो हाथी तुरदा, टल्लियां छणकदियां खड़कदियां ने, दूरों ही पता लग जांदा सतगुरु जी दा प्रसादी हाथी तुरिया हुंदा। ओदी वखरी चाल, वखरी आवाज, वखरा तोर, मस्त तोर है। ते जदों तुरदा इदां पता लग जांदा सतगुरु जी दा प्रसादी हाथी आ रहा। कई दफा सतगुरु जी उत्ते जदों सवारी कर प्राप्त करते ने, ऐ मस्त चाल विच झूम के तुरदा, बड़ा आनंद प्राप्त हुंदा सतगुरु जी ने ओदी सवारी कीती दा। झूम झूम के मस्त चाल विच जदों चलदा, उस वक्त एक ते वो प्रसादी हाथी दी सवारी दा आनंद प्राप्त हुंदा, दूजा झूले दा आनंद प्राप्त हुंदा, पंघूड़े दा आनंद प्राप्त हुंदा। इदां सतगुरु दी किरपा रहमत वरतदी। कदी कदी सतगुरु जी दा शिकार खेडण जांदे हाथी ते कदी कदी वो 5 घोड़े जिहड़े दित्ते ने राजा रतन राय जी ने, उन्हां घोड़ियां दे उत्ते शिकार खेडण जांदा। ते सतगुरु जी दी महिमा हुण थां थां ते वर्णन होण लगी, वडियाई उत्पन्न होण लगी। थां थां ते कई दफा सतगुरु दी इदां महिमा जदों वर्णन कीती जांदी है ते गुरु दे सिख श्रद्धालु प्रेमी श्रद्धावान जदों सुणदे आ सतगुरु दी महिमा, वो बड़ा आनंद प्राप्त करदे। कई दफा सतगुरु दीयां भेटां मैं देखण वास्ते सिख संगत चली आउंदी, खिच्ची आउंदी है। बड़ा प्यार है सतगुरु दे प्रति सिखां दा, गुरु दे प्यारिआं दा। इदां जदों प्यार दे नाल संगत इंप्रैस हो के गुरु सतगुरु दे सन्मुख आउंदी, बड़ा आनंद प्राप्त हुंदा, बड़ी भीड़ बनदी श्री आनंदपुर साहिब दी धरती ते। सतगुरु दे दर कर वेखे रोजाना कंटीन्यू नितनेम अनुसार दरबार सजदे, कथा हुंदी, कवि आके कविता दे नाल सतगुरु जी नूं निहाल करदे ने, सतगुरु दी प्रसन्नता प्राप्त करदे ने। हुण गुरु गोबिंद सिंह महाराज जी नूं इह बहुत आनंद प्राप्त हुंदा। कवि दरबार, ढाडी दरबार, उस वक्त कीर्तन दरबार, गुरु दे सेवक कथावां करके सतगुरु जी नूं और संगत नूं बड़े निहाल करदे, इंप्रैस करदे। संगत दी गुरु सतगुरु दी बख्शिश रहमत प्राप्त करदे ने। उस वक्त श्री आनंदपुर साहिब दी धरती ते रोजाना बड़े पद्धर ते रौनकां लगदियां। जल पानी, प्रसादा पानी बहुत बड़े पद्धर ते तैयार हुंदा। ते कह लईए कि सतगुरु जी दे दरकर दे विच
ਕਿਸੇ ਪ੍ਰਕਾਰ ਕਿਸੇ ਗੱਲ ਦਾ ਕੋਈ ਘਾਟਾ ਨਹੀਂ। ਜੇ ਸੰਗਤ ਹੈ, ਸੰਗਤ ਬਹੁਤ ਆਉਂਦੀ ਹੈ, ਜੇ ਜਾਂਦੀ ਹੈ ਸੰਗਤ ਬਹੁਤ ਚਲੀ ਜਾਂਦੀ। ਦਰਸ਼ਨ ਕਰਕੇ ਸਤਿਗੁਰ ਦੇ ਦਰ ਕਰ ਵੇਖੇ ਉਪਹਾਰ ਬੜੇ ਆਉਂਦੇ ਨੇ, ਪ੍ਰਸ਼ਾਦਾ ਪਾਣੀ ਵਾਸਤੇ ਰਸਤਾਂ ਵਸਤਾਂ ਬੇਅੰਤ ਆਉਂਦੀਆਂ ਨੇ। ਬਸ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਘਾਟ ਨਹੀਂ, ਥੋੜ ਨਹੀਂ ਹੈ। ਸਤਿਗੁਰ ਦੇ ਦਰ ਕਰ ਦੇ ਵਿਖੇ ਰੋਜ਼ਾਨਾ ਰਸਤਾਂ ਬਸਤਾਂ ਜਿੰਨੀਆਂ ਆਉਂਦੀਆਂ ਉਨੀਆਂ ਲੱਗ ਜਾਂਦੀਆਂ। ਉਸ ਤੋਂ ਜ਼ਿਆਦਾ ਸੰਗਤ ਸਤਿਗੁਰ ਦੇ ਦਰ ਕਰ ਵਿਖੇ ਸੇਵਾਵਾਂ ਦੇ ਰੂਪ ਦੇ ਵਿੱਚ ਉਹ ਬਸਤਾਂ ਅਰਪਣ ਕਰ ਦਿੰਦੀਆਂ, ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ। ਇਦਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰੌਣਕ ਬਣੀ ਹੈ। ਉਧਰੋਂ ਕਹਿੰਦੇ ਰਾਜਾ ਭੀਮ ਚੰਦ ਸੈਨ ਵੱਲੋਂ ਜਿਹੜਾ ਦੂਤ ਹੈ ਉਹ ਮੰਤਰੀ ਭੇਜਿਆ ਗਿਆ ਸਤਿਗੁਰੂ ਜੀ ਵੱਲ, ਜਾ ਭਾਈ ਜਾ ਕੇ ਫਰੇਬ ਕਰਕੇ ਗੁਰੂ ਸਤਿਗੁਰੂ ਜੀ ਨੂੰ ਠੱਗ ਲੈ, ਉਹਨੂੰ ਵਸ ਦੇ ਵਿੱਚ ਕਰ ਲੈ, ਭਰਮਾ ਲੈ, ਉਹ ਤੋਂ ਪ੍ਰਸਾਦੀ ਆਥੀ ਵਗੈਰਾ ਮਹਿੰਗੀਆਂ ਵਸਤਾਂ ਪ੍ਰਾਪਤ ਕਰ ਲੈ। ਬਸ ਇੱਕ ਵਾਰੀ ਲੈ ਲੀਆਂ ਵਸਤਾਂ ਬਾਅਦ ਵਿੱਚ ਨਹੀਂ ਮੋੜਦੀਆਂ, ਫੇਰ ਨਹੀਂ ਆਪਾਂ ਉਹਨਾਂ ਨੂੰ ਸਤਿਗੁਰੂ ਜੀ ਨੂੰ ਰਾਹ ਦਿੰਦੇ, ਫੇਰ ਜਿਵੇਂ ਮਰਜ਼ੀ ਕਰੀ ਜਾਣੀ। ਉਸ ਵਕਤ ਗੁਰੂ ਪਿਆਰਿਓ ਇਦਾਂ ਦੀ ਵਿਚਾਰ ਲੈ ਕੇ ਮੰਤਰੀ ਸਤਿਗੁਰ ਦੇ ਸਨਮੁਖ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਪੈਂਡਾ ਤੈਅ ਕਰਦਾ ਕਰਦਾ ਵਾਧਾ ਹੁੰਦਾ ਏ। ਮਨ ਵਿੱਚ ਵਿਚਾਰਦਾ, ਕਦੀ ਕਦੀ ਬੜਾ ਖੁਸ਼ ਹੁੰਦਾ, ਕੱਲਾ ਹੀ ਹੱਸ ਪੈਂਦਾ, ਮੈਂ ਇਦਾਂ ਕਰਕੇ ਸਤਿਗੁਰੂ ਜੀ ਦੇ ਨਾਲ ਕਰਾਂਗਾ। ਸਤਿਗੁਰੂ ਜੀ ਨੂੰ ਵਿਚਾਰਿਆਂ ਨੂੰ ਕੁਝ ਪਤਾ ਹੀ ਨਹੀਂ, ਪਰ ਇਹਨੂੰ ਹੀ ਨਹੀਂ ਪਤਾ ਗੁਰੂ ਸਤਿਗੁਰੂ ਜੀ ਸਭ ਕੁਝ ਜਾਣਦੇ ਨੇ। ਸਤਿਗੁਰੂ ਜੀ ਤੋਂ ਕੁਝ ਲੁਕਿਆ ਛੁਪਿਆ ਨਹੀਂ ਰਿਹਾ। ਸਤਿਗੁਰੂ ਜੀ ਦੇ ਸਨਮੁਖ ਕਿਸੇ ਪ੍ਰਕਾਰ ਕੋਈ ਇਦਾਂ ਦੀ ਵਿਚਾਰ ਲੁਕੀ ਨਹੀਂ ਰਹਿੰਦੀ। ਸਤਿਗੁਰੂ ਜੀ ਤੇ ਸਭ ਕੁਝ ਜਾਣਦੇ ਨੇ। ਜਿਹੜਾ ਕਰਮ ਕਮਾ ਚੁੱਕਿਆ ਉਹਦੇ ਬਾਰੇ ਵੀ ਜਾਣਦੇ ਆ, ਜਿਹੜਾ ਕਰਮ ਕਮਾਉਣ ਲੱਗਿਆ ਉਹਦੇ ਬਾਰੇ ਵੀ ਜਾਣਦੇ, ਜਿਹੜਾ ਅੱਗੇ ਕਮਾਵੇਂਗਾ ਉਹਦੇ ਬਾਰੇ ਵੀ ਜਾਣਦੇ ਨੇ। ਸਤਿਗੁਰੂ ਜੀ ਤੋਂ ਲੁਕਿਆ ਨਹੀਂ ਰਿਹਾ। ਉਸ ਵਕਤ ਇਹ ਪਾਪੀ ਨੇ ਮਨ ਵਿੱਚ ਵਿਚਾਰਿਆ, ਬਸ ਸਤਿਗੁਰੂ ਜੀ ਆਮ ਹੀ ਇਨਸਾਨ, ਇਹਨਾਂ ਨੂੰ ਕਿਹੜਾ ਪਤਾ ਲੱਗਣਾ। ਚੱਲਦਾ ਚੱਲਦਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ। ਪਹੁੰਚ ਕੇ ਇੱਕ ਅਸਥਾਨ ਤੇ ਇਹਨੇ ਆਪਣਾ ਨਜ਼ਦੀਕ ਤੰਬੂ ਲਾਇਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ। ਉੱਥੇ ਠਹਿਰਾਓ ਕੀਤਾ ਇਹਨੇ ਤੇ ਸਤਿਗੁਰ ਦੇ ਉਹ ਦਰਬਾਰ ਵਿਖੇ ਪਹੁੰਚ ਗਿਆ ਇਹ ਮੰਤਰੀ। ਜਦੋਂ ਪਹੁੰਚਿਆ ਹੁਣ ਸਤਿਗੁਰ ਦੇ ਅਹਿਲਕਾਰ ਸੇਵਕ ਸੇਵਾਦਾਰ ਖਲੋਤੇ ਸਨ ਦਰਬਾਰ ਦੇ ਬਾਹਰ। ਇਹਨੇ ਮਨ ਵਿੱਚ ਵਿਚਾਰ ਕੀਤੀ, ਮੈਂ ਇਹਨਾਂ ਨੂੰ ਦੱਸ ਦਿੰਨਾ, ਮੇਰਾ ਚੰਗਾ ਸਤਿਕਾਰ ਕਰਨਗੇ, ਰੁਤਬਾ ਚੰਗਾ ਕਰਨਗੇ। ਉਹਨੇ ਦੱਸਿਆ, ਜੀ ਮੈਂ ਰਾਜਾ ਭੀਮ ਚੰਦ ਸੈਨ ਵੱਲੋਂ ਆਇਆ ਤੇ ਸਤਿਗੁਰੂ ਜੀ ਨੂੰ ਮਿਲਣਾ ਚਾਹੁੰਦਾ। ਬੜੇ ਵੱਡੇ ਪ੍ਰਯੋਜਨ ਦੇ ਆਧਾਰ ਤੇ ਸਤਿਗੁਰੂ ਜੀ ਦੇ ਸਨਮੁਖ ਪਹੁੰਚਿਆ। ਉਹਨਾਂ ਸਿੱਖਾਂ ਨੇ ਆਖ ਦਿੱਤਾ ਵੀ ਪਹਿਲਾਂ ਸਤਿਗੁਰੂ ਜੀ ਨੂੰ ਅਸੀਂ ਜਾ ਕੇ ਬੇਨਤੀ ਕਰ ਦਈਏ, ਫੇਰ ਤੂੰ ਦਰਬਾਰ ਵਿੱਚ ਆ ਸਕਣਾ। ਉਹ ਕਹਿੰਦਾ ਮੈਂ ਜਾਣਾ ਵੀ ਬਾਅਦ ਵਿੱਚ ਹੀ ਚਾਹੁੰਦਾ, ਕਿਉਂਕਿ ਜਦੋਂ ਪਤਾ ਲੱਗੇਗਾ ਨਾ ਦਰਬਾਰ ਵਿੱਚ ਮੈਂ ਰਾਜਾ ਭੀਮ ਚੰਦ ਸੈਨ ਵੱਲੋਂ ਆਇਆ ਤੇ ਸਤਿਗੁਰ ਦੀ ਸਭਾ ਮੇਰਾ ਸਤਿਕਾਰ ਕਰੇਗੀ, ਨਹੀਂ ਤੇ ਜੇ ਐਂ ਤੁਰ ਗਿਆ ਕਿਸ ਨੂੰ ਕੀ ਪਤਾ ਲੱਗਣਾ, ਆਮ ਇਨਸਾਨ ਵਾਂਗ ਮੇਰੇ ਨਾਲ ਵਰਤਾਓ ਕਰਨਗੇ। ਉਸ ਵਕਤ ਇਦਾਂ ਦੀ ਵਿਚਾਰ ਕੀਤੀ ਇਹਨੇ। ਅਜੋਕੇ ਸਮੇਂ ਦੇ ਵਿੱਚ ਵੀ ਇਦਾਂ ਦੀ ਵਿਚਾਰ ਹੈ। ਮਨੁੱਖ ਆਪਣਾ ਆਪ ਜ਼ਿਆਦਾ ਪ੍ਰਗਟ ਕਰਨ ਨੂੰ ਇਸ ਸੰਸਾਰ ਦੇ ਵਿੱਚ ਚਾਹਤ ਰੱਖਦਾ, ਪਰ ਸਤਿਗੁਰੂ ਦੀ ਗੁਰਬਾਣੀ ਤੇ ਕਹਿੰਦੀ ਹੈ ਜੇਕਰ ਗੁਰੂ ਸਤਿਗੁਰ ਦੇ ਦਰਬਾਰ ਦੇ ਜਾਈਏ ਨਾ, ਇਹ ਸਭ ਕੁਝ ਵੱਡਪਣ, ਵੱਡੇ ਅਹੁਦੇ, ਵੱਡਾ ਹੰਕਾਰ ਮਨ ਛੱਡ ਕੇ ਘਰੇ ਹੀ ਚਲੇ ਜਾਈਏ। ਜਿਵੇਂ ਭਗਤ ਕਬੀਰ ਜੀ ਕਹਿੰਦੇ, ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੈ ਕੋਏ। ਕਿਸੇ ਨੇ ਵਿਚਾਰ ਕੀਤੀ, ਕਹਿੰਦੇ ਜੇਕਰ ਸਾਧੂ ਨੂੰ ਸਤਿਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਿਲਣ ਜਾਣਾ, ਨਮਸਕਾਰ ਕਰਨੀ ਹੈ ਤੇ ਨਾਲ ਕਿਸੇ ਨੂੰ ਲੈ ਕੇ ਨਹੀਂ ਜਾਣਾ ਚਾਹੀਦਾ। ਇਹ ਗੱਲ ਹੈ। ਸਤਿਗੁਰੂ ਜੀ ਕਹਿੰਦੇ ਨਹੀਂ, ਕਬੀਰ ਸਾਧੂ ਕੋ ਮਿਲਨੇ ਜਾਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਜਾਈਏ ਨਾ, ਸਾਥ ਨਾ ਲੀਜੈ ਕੋਏ। ਕਹਿੰਦੇ ਨਾਲ ਕੁਝ ਲੈ ਕੇ ਨਹੀਂ ਜਾਣਾ ਚਾਹੀਦਾ। ਕੀ ਨਹੀਂ ਲਿਜਾਣਾ ਚਾਹੀਦਾ? ਵੱਡਪਣ, ਮਾਣ, ਹੰਕਾਰ, ਵੱਡਾ ਅਹੁਦਾ, ਆਪਣੇ ਆਪ, ਇਹ ਸਭ ਕੁਝ ਘਰੇ ਛੱਡ ਕੇ ਜਾਵੀਂ। ਜੇ ਜਾਣਾ ਕੱਲਾ ਜਾਵੀਂ, ਸਤਿਗੁਰ ਦੇ ਦਰਬਾਰ ਦੇ ਗੁਰੂ ਦਾ ਸੇਵਕ ਬਣ ਕੇ। ਫੇਰ ਗਿਆ ਪਰਿਵਾਰ ਨੇ।
ਇਹ ਸਤਿਗੁਰ ਦੇ ਦਰ ਤੇ ਫੇਰ ਪ੍ਰਵਾਨ ਹੈ। ਉਸ ਵਕਤ ਕਹਿੰਦੇ ਜੇ ਕਰੇ ਰਾਜਾ ਭੀਮ ਚੰਦ ਦੇ ਮੰਤਰੀ ਵਾਂਗੂ ਆਪਣਾ ਆਪ ਵੱਡਾ ਹੰਕਾਰ ਲੈ ਕੇ ਚਲਾ ਗਿਆ, ਸਤਿਗੁਰ ਦੇ ਦਰ ਤੇ ਪ੍ਰਵਾਨ ਨਹੀਂ ਹੋਣਾ। ਫਿਰ ਜਦੋਂ ਸੰਤਰੀ ਗਏ ਨਾ ਸਤਿਗੁਰ ਦੇ ਸੇਵਕ ਗੁਰੂ ਸਤਿਗੁਰ ਦੇ ਕੋਲ ਆਗਿਆ ਲੈਣ ਵਾਸਤੇ, ਸਤਿਗੁਰ ਜੀ ਇਦਾਂ ਕਰਕੇ ਰਾਜਾ ਭੀਮ ਚੰਦ ਦਾ ਮੰਤਰੀ ਆਇਆ, ਉਹ ਤੁਹਾਨੂੰ ਮਿਲਣਾ ਚਾਹੁੰਦਾ, ਕੋਈ ਵੱਡਾ ਪ੍ਰਯੋਜਨ ਹੈ, ਕੋਈ ਵੱਡੀ ਵਿਚਾਰ ਲੈ ਕੇ ਆਇਆ, ਤੁਹਾਡੇ ਨਾਲ ਕੋਈ ਸਲਾਹ ਮਸ਼ਵਰਾ ਕਰਨਾ ਚਾਹੁੰਦਾ। ਹੁਣ ਸਤਿਗੁਰੂ ਜੀ ਜਾਣੀ ਜਾਣ ਨੇ ਉਸ ਵਕਤ ਤੋਂ ਕਹਿ ਦਿੱਤਾ, ਕਹਿੰਦੇ ਇਉਂ ਕਰੋ ਉਹਨੂੰ ਕਹਿ ਦਿਓ ਕੱਲ੍ਹ ਮਿਲਣਾਗੇ, ਅੱਜ ਨਹੀਂ ਮਿਲਣਾ। ਭਾਵੇਂ ਸਤਿਗੁਰੂ ਜੀ ਬੈਠੇ ਸਨ, ਬਿਰਾਜਮਾਨ ਸਨ, ਉਸ ਵਕਤ ਉਹਦੇ ਹੰਕਾਰ ਨੂੰ ਦੇਖ ਕੇ ਕਹਿ ਦਿੱਤਾ, ਕਹਿੰਦੇ ਉਹਨੂੰ ਕਹਿ ਦਿਓ ਕੱਲ੍ਹ ਮਿਲਾਂਗੇ, ਅੱਜ ਨਹੀਂ ਮਿਲਣਾ। ਜਾਓ ਉਹਨੂੰ ਜੋ ਵੀ ਜਲ ਪਾਣੀ ਪ੍ਰਸ਼ਾਦਾ ਪਾਣੀ ਉਹਦੇ ਨਿਵਾਸ ਅਸਥਾਨ ਤੇ ਪਹੁੰਚਾ ਦਿਓ, ਜੋ ਵੀ ਗੁਰੂ ਨਾਨਕ ਦੀ ਦਰਕਾਰ ਦੀ ਬਖਸ਼ਿਸ਼ ਹੈ ਆਦਰ ਮਾਣ ਸਤਿਕਾਰ ਉਹਨੂੰ ਦਿਓ। ਉਸ ਵਕਤ ਉਹਨੂੰ ਵਾਪਸ ਮੋੜ ਦਿੱਤਾ ਵੀ ਅੱਜ ਨਹੀਂ ਮਿਲ ਸਕਦੇ ਸਤਿਗੁਰ ਜੀ, ਕੱਲ੍ਹ ਨੂੰ ਆਵੀਂ। ਉਹ ਚਲਾ ਗਿਆ, ਨੀਵਾਂ ਜਾ ਕੇ ਤੁਰ ਗਿਆ, ਮਨ ਦੇ ਵਿੱਚ ਸ਼ਰਮਿੰਦਗੀ ਜੀ ਲੈ ਕੇ ਤੁਰ ਗਿਆ। ਤੇ ਜਦੋਂ ਤੁਰਿਆ ਉੱਥੇ ਆਪਣੇ ਸਥਾਨ ਤੇ ਪਹੁੰਚ ਗਿਆ, ਮਨ ਵਿੱਚ ਵਿਚਾਰ ਕਰਦਾ ਹੁਣ ਕੱਲ੍ਹ ਨੂੰ ਸਤਿਗੁਰ ਜੀ ਨੂੰ ਮਿਲਾਂਗਾ, ਸਤਿਗੁਰ ਜੀ ਤੋਂ ਪ੍ਰਸਾਦੀ ਹੱਥ ਹੀ ਲੈ ਕੇ ਜਾਵਾਂਗਾ। ਇਹ ਮਨ ਵਿੱਚ ਸੋਚਣ ਲੱਗਿਆ ਤਾਂ ਤੇ ਸਤਿਗੁਰ ਦੇ ਸਨਮੁਖ ਇਦਾਂ ਦੀ ਵਿਚਾਰ ਲੈ ਕੇ ਆਇਆ। ਉਸ ਵਕਤ ਉਹ ਗੱਲ ਤੋਂ ਹੀਣਾ ਹੀ ਰਹਿ ਗਿਆ, ਵਿਚਾਰ ਪ੍ਰਾਪਤ ਕਰਨ ਤੋਂ ਹੀਣਾ ਹੀ ਰਹਿ ਗਿਆ। ਆਪਾਂ ਵੀ ਜਦੋਂ ਸਤਿਗੁਰ ਦੇ ਦਰ ਤੇ ਜਾਈਏ ਨਾ ਪਿਆਰਿਓ, ਮਾਣ ਹੰਕਾਰ ਇਦਾਂ ਦੀ ਵਿਚਾਰ ਘਰੀ ਛੱਡ ਕੇ ਜਾਈਏ। ਫੇਰ ਸਤਿਗੁਰ ਦੇ ਦਰ ਤੇ ਗਏ ਪ੍ਰਵਾਨ ਨੇ ਤਾਂ ਤੇਰੋ ਵਿਚਾਰਾਓ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ ਪਿਆਰਿਓ, ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਕੱਲ ਨੂੰ ਕਿਵੇਂ ਕਰਕੇ ਉਹ ਮੰਤਰੀ ਸਤਿਗੁਰੂ ਜੀ ਨੂੰ ਮਿਲਦਾ ਔਰ ਕਿਵੇਂ ਕਰਕੇ ਆਪਣੀ ਵਿਚਾਰ ਸਤਿਗੁਰ ਦੇ ਸਨਮੁਖ ਰੱਖਦਾ, ਗੁਰੂ ਸਤਿਗੁਰ ਤੋਂ ਪ੍ਰਸਾਦੀ ਹੱਥ ਹੀ ਮਿਲਦਾ ਜਾਂ ਨਹੀਂ ਮਿਲਦਾ, ਕੀ ਵਿਚਾਰ ਹੁੰਦੀ ਹੈ ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।